ਅਕਾਲ ਜੀ, ਸਾਰਿਆਂ ਦਾ ਸਵਾਗਤ ਹੈ ਜੀ ਮੇਰੇ ਚੈਨਲ ਦੇ ਵਿੱਚ। ਤੇ ਸ਼ੁਰੂ ਕਰਨੇ ਅੱਜ ਦੀ ਵੀਡੀਓ। ਟੌਪਿਕ ਹੈ ਕਿ ਜੇਕਰ ਕੋਈ ਇੰਡੀਅਨ ਇਟਲੀ ਦੇ ਵਿੱਚ ਵਿਆਹ ਕਰਾਉਣਾ ਚਾਹੁੰਦਾ ਹੈ ਤੇ ਉਸ ਕੇਸ ਦੇ ਵਿੱਚ ਤੁਹਾਨੂੰ ਕਿਹੜੇ ਡਾਕੂਮੈਂਟ ਜਾਂ ਕਿਹੜੇ ਪ੍ਰੋਸੀਜਰ ਦੇ ਵਿੱਚੋਂ ਲੰਘਣਾ ਪਏਗਾ, ਉਹ ਆਪਾਂ ਅੱਜ ਡਿਸਕਸ ਕਰਾਂਗੇ। ਤੇ ਸ਼ੁਰੂ ਕਰਨੇ ਵੀਡੀਓ। ਹਾਂਜੀ, ਅਗਰ ਕੋਈ ਵੀ ਇੰਡੀਅਨ ਨੈਸ਼ਨਲ ਹੈ ਜਿਹਦੇ ਵਿੱਚ ਦੱਸਿਆ ਹੈ ਕਿ ਅਗਰ ਬ੍ਰਾਈਡ ਗਰੂਮ ਯਾਨੀ ਕਿ ਜਿਹੜਾ ਲੜਕਾ ਹੈ ਜੀ ਉਹ 21 ਸਾਲ ਤੋਂ ਅਬਵ ਹੋਣੀ ਚਾਹੀਦੀ ਏਜ, ਤੇ ਜਿਹੜੀ ਬ੍ਰਾਈਡ ਜਿਹੜੀ ਲੜਕੀ ਹੈ ਜੀ ਉਹਦੀ 18 ਸਾਲ ਤੋਂ ਅਬਵ ਏਜ ਹੋਣੀ ਚਾਹੀਦੀ ਹੈ। ਠੀਕ ਹੈ। ਤੇ ਇਸ ਕੇਸ ਦੇ ਵਿੱਚ ਦੱਸਿਆ ਕਿ ਅਗਰ ਤੁਸੀਂ ਨਾਰਥ ਇਟਲੀ ਦੇ ਵਿੱਚ ਰਹਿ ਰਹੇ ਹੋ ਤੇ ਤੁਸੀਂ ਮਿਲਾਨ ਕੌਂਸੂਲੇਟ ਦੇ ਵਿੱਚ ਆਪਣਾ ਜਿਹੜਾ ਹੈ ਮੈਰਿਜ ਦੇ ਤਹਿਤ ਰਜਿਸਟ੍ਰੇਸ਼ਨ ਕਰਾ ਸਕਦੇ ਹੋ। ਇਹਦੇ ਵਿੱਚ ਕਰਨਾ ਕੀ ਹੈ, ਵਿਆਹ ਕਿਸ ਤਰੀਕੇ ਨਾਲ ਹੋਏਗਾ। ਸਭ ਤੋਂ ਪਹਿਲਾਂ ਹੈ ਕਿ ਤੁਹਾਨੂੰ ਇੱਕ ਨੋਟਿਸ ਜਿਹੜਾ ਹੈ ਕੌਂਸੂਲੇਟ ਦੇ ਵਿੱਚ ਜਾ ਕੇ ਦੇਣਾ ਪਏਗਾ, ਜਿਹਦੇ ਵਿੱਚ ਮੈਂਸ਼ਨ ਹੋਏਗਾ, ਸਾਰੀ ਡਿਟੇਲਸ ਹੋਏਗੀ ਕੁੜੀ ਤੇ ਮੁੰਡੇ ਦੀ। ਠੀਕ ਹੈ। ਤੇ ਉਸ ਤੋਂ ਬਾਅਦ ਉਹ ਜਿਹੜਾ ਨੋਟਿਸ ਹੋਏਗਾ ਉਹ ਫਿਰ ਤੁਹਾਨੂੰ ਹੈਂਡ ਓਵਰ ਕਰ ਦਿੱਤਾ ਜਾਏਗਾ ਕੌਂਸੂਲੇਟ ਦੇ ਵੱਲੋਂ। ਉਹਨੂੰ ਕੀ ਕਰਨਾ ਹੈ, ਤੁਸੀਂ ਇੰਡੀਆ ਦੇ ਵਿੱਚ 2 ਨਿਊਜ਼ਪੇਪਰ ਦੇ ਵਿੱਚ ਉਹਨੂੰ ਪਬਲਿਸ਼ ਕਰਵਾਉਣਾ ਹੈ। ਠੀਕ ਹੈ। ਇੱਕ ਤਾਂ ਇੰਗਲਿਸ਼ ਲੈਂਗੁਏਜ ਹੋਣਾ ਚਾਹੀਦਾ ਔਰ ਇੱਕ ਜਿਹੜੀ ਲੋਕਲ ਲੈਂਗੁਏਜ, ਜਿਹੜੀ ਵੀ ਏਰੀਆ 'ਚ ਬ੍ਰਾਈਡ ਔਰ ਬ੍ਰਾਈਡ ਗਰੂਮ ਦੋਨੋਂ ਜਿੱਥੇ ਵੀ ਰਹਿੰਦੇ ਨੇ, ਜਿਵੇਂ ਪੰਜਾਬ 'ਚ ਰਹਿੰਦੇ ਨੇ ਤੇ ਉੱਥੇ ਦੀ ਪੰਜਾਬੀ ਜਿਹੜੀ ਹੈਗੀ ਹੈ ਨਿਊਜ਼ਪੇਪਰ, ਉਹਦੇ ਵਿੱਚ ਇਹ ਨੋਟਿਸ ਜਾਰੀ ਕੀਤਾ ਜਾਏਗਾ ਕਿ ਇਹ ਕੁੜੀ ਇਹ ਮੁੰਡਾ ਇਹ ਦੋਨੋਂ ਆਪਸ 'ਚ ਇਟਲੀ ਦੇ ਵਿੱਚ ਵਿਆਹ ਕਰਾਉਣਾ ਚਾਹੁੰਦੇ ਨੇ। ਠੀਕ ਹੈ। ਇਹਦੇ ਵਿੱਚ ਅਗਰ ਕਿਸੇ ਨੂੰ ਕਿਸੇ ਵੀ ਤਰ੍ਹਾਂ ਦਾ ਓਬਜੈਕਸ਼ਨ ਹੈ ਤੇ ਫਿਰ ਉਹ 30 ਡੇਜ਼ ਦਾ ਟਾਈਮ ਦਿੱਤਾ ਜਾਂਦਾ ਹੈ ਕਿ ਉਹ ਉਹਨੂੰ ਦੱਸ ਸਕਦੇ ਨੇ ਅਗਰ ਕਿਸੇ ਨੂੰ ਕਿਸੇ ਤਰ੍ਹਾਂ ਦਾ ਓਬਜੈਕਸ਼ਨ ਹੈ। ਠੀਕ ਹੈ। ਜਿਹੜਾ ਇਹ ਨੋਟਿਸ ਹੈ ਉਹ 30 ਡੇਜ਼ ਵਾਸਤੇ ਜਾਰੀ ਕੀਤਾ ਜਾਂਦਾ ਹੈ ਤੇ ਔਰ ਵਿਆਹ ਤੋਂ 1 ਮਹੀਨਾ ਪਹਿਲਾਂ ਇਹ ਚੀਜ਼ ਕਰਨੀ ਹੈਗੀ ਹੈ। ਸੈਕਿੰਡ ਹੈ ਕਿ ਬੈਚਲਰਹੁੱਡ ਸਰਟੀਫਿਕੇਟ ਹੋਣਾ ਚਾਹੀਦਾ ਹੈ। ਬੈਚਲਰਹੁੱਡ ਸਰਟੀਫਿਕੇਟ ਜਿਹੜਾ ਹੈ ਉਹ ਤੁਹਾਨੂੰ ਇੰਡੀਆ ਤੋਂ ਬਣਵਾਉਣਾ ਪਏਗਾ, ਜੋ ਕਿ ਇਸ਼ੂ ਹੋਏਗਾ ਤੁਹਾਡਾ ਕੰਪੀਟੈਂਟ ਅਥਾਰਟੀ ਇਨ ਇੰਡੀਆ। ਠੀਕ ਹੈ। ਅਸਿਸਟੈਂਟ ਕਮਿਸ਼ਨਰ ਆਫ ਪੁਲਿਸ ਜਾਂ ਡਿਪਟੀ ਕਮਿਸ਼ਨਰ ਤੋਂ ਜਾਂ ਕੋਈ ਵੀ ਹਾਈ ਫਸਟ ਕਲਾਸ ਜੁਡੀਕਲ ਮੈਜਿਸਟ੍ਰੇਟ ਦੇ ਵੱਲੋਂ ਦੀ ਉਹ ਇਸ਼ੂ ਹੋਇਆ ਹੋਣਾ ਚਾਹੀਦਾ। ਤੇ ਉਹਨੂੰ ਤੁਸੀਂ ਕੀ ਕਰਨਾ, ਪੋਸਟਾਈਲਡ ਕਰਵਾਉਣਾ ਹੈ। ਠੀਕ ਹੈ। ਮਿਨਿਸਟਰੀ ਆਫ ਐਕਸਟਰਨਲ ਅਫੇਅਰਸ, ਜਿਹਨੂੰ ਕਿ ਅਸੀਂ ਕਹਿੰਦੇ ਸਟਿੱਕਰ ਲਗਵਾਉਂਦੇ ਹਾਂ। ਠੀਕ ਹੈ। ਉਹ ਆਪਾਂ ਉੱਥੋਂ ਬਣਵਾਉਣਾ ਹੈ। ਥਰਡ ਪੁਆਇੰਟ 'ਚ ਹੈ ਕਿ ਅਗਰ ਦੋਨਾਂ ਦੇ ਕੁੜੀ ਔਰ ਮੁੰਡੇ ਦੇ ਵੱਲੋਂ ਵੀ ਦੋਨਾਂ ਦੇ ਪੇਰੈਂਟਸ ਵੱਲੋਂ ਜੇਕਰ ਇੰਡੀਆ 'ਚ ਰਹਿੰਦੇ ਨੇ ਅਗਰ ਦੋਨਾਂ ਦੇ ਪੇਰੈਂਟਸ, ਤਾਂ ਉਹਨਾਂ ਦੇ ਵੱਲੋਂ ਇੱਕ ਨੋ ਓਬਜੈਕਸ਼ਨ ਜਿਹੜਾ ਹੈ ਓਰੀਜਨਲ ਦੋਨਾਂ ਦੇ ਪੇਰੈਂਟਸ ਵੱਲੋਂ ਬਣਵਾਉਣਾ ਪਏਗਾ ਕਿ ਉਹਨਾਂ ਦੇ ਮਾਂ ਪਿਓ ਨੂੰ ਕਿਸੇ ਵੀ ਤਰ੍ਹਾਂ ਦਾ ਓਬਜੈਕਸ਼ਨ ਨਹੀਂ ਹੈ ਇਸ ਵਿਆਹ ਤੋਂ। ਔਰ ਉਹ ਵੀ ਜਿਹੜਾ ਹੈ ਪਟਿਆਲਾ ਹਾਊਸ ਯਾਨੀ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਤੋਂ ਜਿਹੜਾ ਹੈ ਟੈਸਟ ਹੋਇਆ ਹੋਣਾ ਚਾਹੀਦਾ। ਫੋਰਥ ਪੁਆਇੰਟ ਹੈ ਕਿ ਅਗਰ ਦੋਨਾਂ ਦੇ ਪੇਰੈਂਟਸ ਇੰਡੀਆ 'ਚ ਨਹੀਂ ਰਹਿੰਦੇ ਪਏ, ਠੀਕ ਹੈ, ਕਿਸੇ ਹੋਰ ਕੰਟਰੀ 'ਚ ਰਹਿੰਦੇ ਪਏ ਨੇ, ਇਟਲੀ 'ਚ ਵੀ ਨਹੀਂ ਹੈ, ਹੋਰ ਕਿਸੇ ਕੰਟਰੀ 'ਚ ਨੇ, ਤੇ ਉਹਨਾਂ ਕੋਲ ਫਿਰ ਉੱਥੋਂ ਦੇ ਇੱਕ ਨੋ ਓਬਜੈਕਸ਼ਨ ਮਿਲੇਗਾ ਕਿ ਸਾਨੂੰ ਵਿਆਹ ਤੋਂ ਕੋਈ ਓਬਜੈਕਸ਼ਨ ਨਹੀਂ ਹੈ। ਔਰ ਉਹ ਵਾਲਾ ਜਿਹੜਾ ਨੋ ਓਬਜੈਕਸ਼ਨ ਹੋਏਗਾ ਉਹ ਇੰਡੀਅਨ ਅੰਬੈਸੀ ਜਿਹੜੀ ਉੱਥੇ ਹੋਏਗੀ ਉਹਨਾਂ ਦੀ ਕੰਟਰੀ ਦੇ ਵਿੱਚ, ਉੱਥੋਂ ਦੀ ਉਹ ਇਸ਼ੂ ਕਰਕੇ ਉਹ ਓਰੀਜਨਲ ਭੇਜਣਗੇ। ਠੀਕ ਹੈ। ਪੰਜਵਾਂ ਹੈ ਕਿ ਅਗਰ ਵਨ ਆਫ ਦਾ ਪੇਰੈਂਟਸ, ਅਗਰ ਕੁੜੀ ਔਰ ਮੁੰਡੇ ਦੇ ਵਿੱਚੋਂ ਕਿਸੇ ਇੱਕ ਦੇ ਪੇਰੈਂਟਸ ਜਿਹੜੇ ਨੇ ਇਟਲੀ 'ਚ ਰਹਿ ਰਹੇ ਨੇ, ਠੀਕ ਹੈ, ਔਰ ਦੂਸਰਾ ਜਿਹੜੇ ਨੇ ਇੰਡੀਆ ਰਹਿ ਰਹੇ ਨੇ, ਯਾਨੀ ਕਿ ਮੰਨ ਲਓ ਕਿ ਅਗਰ ਲੜਕੀ ਦੇ ਪੇਰੈਂਟਸ ਜਿਹੜੇ ਨੇ ਉਹ ਇੰਡੀਆ ਨੇ ਔਰ ਲੜਕੇ ਦੇ ਪੇਰੈਂਟਸ ਇਟਲੀ ਦੇ ਵਿੱਚ ਹੀ ਹੈ, ਅਤੇ ਜਿਹੜੇ ਇਟਲੀ 'ਚ ਨੇ ਉਹਨਾਂ ਦੀ ਤੇ ਉਹ ਪਰਸਨਲੀ ਅਟੈਂਡ ਕਰਨਗੇ, ਲੇਕਿਨ ਜੋ ਇੰਡੀਆ ਦੇ ਵਿੱਚ ਆ ਉਹਨਾਂ ਨੂੰ ਉੱਥੋਂ ਦੀ ਨੋ ਓਬਜੈਕਸ਼ਨ ਜਿਹੜਾ ਹੈ ਓਰੀਜਨਲ ਭੇਜਣਾ ਪਏਗਾ। ਫਿਰ ਅਗਰ दूसरा केस है कि इफ़ वन ऑफ द पेरेंट्स इज़ इन अनदर कंट्री, ठीक है, अगर दोनों विचों किसी एक दे माँ प्यो किसी होर कंट्री च ने, तो फिर उन्होंने सेम वही है, मतलब कि जिहड़ी कंट्री च भी कुड़ी मुंडे दे पेरेंट्स रह रहे हैं उन्होंने उत्थों दी अपना एक नो ऑब्जेक्शन भेजना पेगा ओरिजिनल, जो कि उत्थों दी अंबैसी, ठीक है, जेकर इंडिया ਨੂੰ ਛੱਡ ਕੇ ਕਿਸੇ ਹੋਰ ਕੰਟਰੀ 'ਚ ਰਹਿ ਰਹੇ ਉੱਥੋਂ ਦੀ ਉੱਥੇ ਜਿਹੜੀ ਇੰਡੀਅਨ ਅੰਬੈਸੀ ਹੈ ਉੱਥੋਂ ਦੀ ਉਹਨਾਂ ਨੂੰ ਅਟੈਸਟ ਕਰਾ ਕੇ ਭੇਜਣਾ ਪਏਗਾ। ਔਰ ਜਿਹੜੇ ਇਟਲੀ 'ਚ ਹੀ ਰਹਿ ਰਹੇ ਨੇ ਉਹ ਪਰਸਨਲੀ ਅਟੈਂਡ ਪ੍ਰੈਜ਼ੈਂਟ ਹੋ ਜਾਣਗੇ ਉੱਥੇ। ਸੈਵਨਥ ਹੈ ਕਿ ਇਫ ਦਾ ਬ੍ਰਾਈਡ ਗਰੂਮ ਔਰ ਬ੍ਰਾਈਡ ਇਜ਼ ਹੋਲਡਰ ਆਫ ਇਟਾਲੀਅਨ ਪਾਸਪੋਰਟ, ਠੀਕ ਹੈ, ਅਗਰ ਬ੍ਰਾਈਡ ਗਰੂਮ ਯਾਨੀ ਕਿ ਦੁल्हा ਜਾਂ ਦੁਲਹਨ, ਠੀਕ ਹੈ, ਦੁਲਹਨ ਜਾਂ ਦੁल्हे ਵਿੱਚ ਕੋਈ ਵੀ ਇੱਕ ਇਟਾਲੀਅਨ ਪਾਸਪੋਰਟ ਹੋਲਡਰ ਹੈ, ਅਤੇ ਇਹ ਮੈਰਿਜ ਜਿਹੜੀ ਹੈ ਕੌਂਸੂਲੇਟ 'ਚ ਨਹੀਂ ਕੀਤੀ ਜਾਏਗੀ। ਉਸ ਕੇਸ 'ਚ ਮੈਰਿਜ ਹੋਏਗੀ ਤੁਹਾਡੀ ਕੋਮੂਨੇ 'ਚ, ਕਿਉਂਕਿ ਉਹ ਇਟਾਲੀਅਨ ਪਾਸਪੋਰਟ ਹੋਲਡਰ ਹੈ। ਠੀਕ ਹੈ। ਔਰ ਅਗਰ
ਮੰਨ ਲਓ ਕਿ ਕੁੜੀ ਜਾਂ ਮੁੰਡੇ ਦੇ ਵਿੱਚੋਂ ਕੋਈ ਜਾਣਾ ਜਿਹੜਾ ਹੈ ਉਹ ਇਟਾਲੀਅਨ ਨੂੰ ਛੱਡ ਕੇ ਕਿਸੇ ਹੋਰ ਨੈਸ਼ਨੈਲਿਟੀ ਦਾ, ਮੰਨ ਲਓ ਜਰਮਨ ਦਾ, ਬੁਲਗਾਰੀਆ ਦਾ, ਰੋਮਾਨੀਆ ਦਾ, ਕਿਸੇ ਹੋਰ ਕੰਟਰੀ ਦਾ ਹੈ, ਅਮੈਰੀਕਨ ਹੈ, ਕੋਈ ਵੀ ਹੋਰ ਕੰਟਰੀ ਹੈ, ਠੀਕ ਹੈ, ਇਟਾਲੀਅਨ ਨੂੰ ਛੋੜ ਕੇ। ਜੇ ਇਟਾਲੀਅਨ ਹੈ ਤਾਂ ਵਿਆਹ ਕੌਂਸੂਲੇਟ 'ਚ ਨਹੀਂ ਹੋਏਗਾ, ਅਤੇ ਜੇ ਇਟਾਲੀਅਨ ਨਹੀਂ ਹੈ, ਇਟਾਲੀਅਨ ਨੂੰ ਛੱਡ ਕੇ ਕਿਸੇ ਹੋਰ ਕਿਸੇ ਵੀ ਕੰਟਰੀ ਦਾ ਹੈ, ਅਤੇ ਉਸ ਕੇਸ 'ਚ ਕੀ ਕਰਨਾ ਹੈ, ਬੈਚਲਰਹੁੱਡ ਜਿਹੜਾ ਸਰਟੀਫਿਕੇਟ ਹੋਏਗਾ, ਜਿਹੜਾ ਦੂਸਰੀ ਨੈਸ਼ਨੈਲਿਟੀ ਦਾ ਹੈ, ਉਹ ਕਿੱਥੋਂ ਬਣਵਾਏਗਾ? ਜੇਕਰ ਇਟਲੀ ਦੇ ਵਿੱਚ ਉਹਨਾਂ ਦੀ ਕੋਈ ਕੌਂਸੂਲੇਟ ਜਾਂ ਐਮਬੈਸੀ ਹੈ, ਉਹ ਉੱਥੋਂ ਬਣਵਾਏਗਾ, ਔਰ ਹੋਣਾ ਚਾਹੀਦਾ ਇੰਗਲਿਸ਼ 'ਚ। ਜੇ ਇੰਗਲਿਸ਼ 'ਚ ਨਹੀਂ ਹੈ ਤਾਂ ਉਹਨੂੰ ਟਰਾਂਸਲੇਸ਼ਨ ਕਰਾਉਣਾ ਪੈਣਾ, ਅਤੇ ਉਹ ਵੀ ਅਟੈਸਟਡ ਕਰਵਾਉਣਾ ਪੈਣਾ, ਠੀਕ ਹੈ। ਅਤੇ ਜੇਕਰ ਉਹਨਾਂ ਦੀ ਐਮਬੈਸੀ ਜਾਂ ਕੌਂਸੂਲੇਟ ਇਟਲੀ ਦੇ ਵਿੱਚ ਨਹੀਂ ਹੈ, ਤਾਂ ਫਿਰ ਉਹਨਾਂ ਨੂੰ ਆਪਣੀ ਹੋਮ ਕੰਟਰੀ 'ਚ ਉੱਥੋਂ ਜਾ ਕੇ, ਜਿਵੇਂ ਆਪਾਂ ਇੰਡੀਆ ਤੋਂ ਬਣਵਾਉਣਾ, ਉਹਨਾਂ ਨੇ ਉੱਥੋਂ ਬਣਵਾਉਣਾ। ਇੰਗਲਿਸ਼ ਲੈਂਗੁਏਜ ਮਸਟ ਹੈ, ਉੱਥੋਂ ਬਣਵਾ ਕੇ ਅਟੈਸਟ ਕਰਵਾ ਕੇ, ਜੋ ਉਹਨਾਂ ਦੀ ਮਿਨਿਸਟਰੀ ਹੈ, ਠੀਕ ਹੈ, ਉੱਥੋਂ ਅਟੈਸਟ ਕਰਾ ਕੇ ਉਹ ਭੇਜਣਾ, ਉਹਨਾਂ ਨੇ ਇੱਥੇ ਜਮ੍ਹਾਂ ਹੋਣਾ ਹੈ। 8ਵਾਂ ਪੁਆਇੰਟ ਹੈ ਕਿ 3 ਵਿਟਨੈਸ ਲੱਗਣਗੇ, ਠੀਕ ਹੈ, ਜਿਨ੍ਹਾਂ ਦੇ ਕੋਲ ਵਿਆਹ ਦੇ ਟਾਈਮ 'ਤੇ ਆਪਣਾ ਇੰਡੀਅਨ ਪਾਸਪੋਰਟ ਹੋਣਾ ਚਾਹੀਦਾ, ਅਤੇ ਲੀਗਲ ਸਟੇ ਪਰਮਿਟ ਦੀ ਸੋਜੋਰਨ ਉਹਨਾਂ ਕੋਲ ਹੋਣੀ ਚਾਹੀਦੀ ਹੈ, ਠੀਕ ਹੈ। ਹੁਣ ਵਿਆਹ ਜਿਹੜਾ ਹੈਗਾ ਨਾ, ਉਹ ਜਿਹੜਾ 30 ਦਿਨਾਂ ਦਾ ਜਿਹੜਾ ਨੋਟਿਸ ਪਬਲਿਸ਼ ਕੀਤਾ ਹੈ ਇੰਡੀਆ ਦੇ ਵਿੱਚ, ਠੀਕ ਹੈ, ਉਹਦੇ 30 ਦਿਨਾਂ ਦੇ ਬਾਅਦ ਹੋਏਗਾ। ਅਤੇ 30 ਦਿਨਾਂ ਦੇ ਬਾਅਦ ਅਗਰ ਬਾਏ ਚਾਂਸ ਇਨ ਕੇਸ ਨਹੀਂ ਕੀਤਾ ਜਾਂਦਾ, ਅਤੇ ਨੋਟ ਲੇਟਰ ਦੈਨ 6 ਮੰਥ, 6 ਮਹੀਨੇ ਤੋਂ ਜ਼ਿਆਦਾ ਲੇਟ ਨਹੀਂ ਕਰਨਾ। ਜੇਕਰ ਇਸ ਤਰ੍ਹਾਂ ਦੀ ਕੋਈ ਹੋ ਜਾਂਦੀ ਹੈ ਗੱਲ, ਅਤੇ ਫਿਰ ਦੁਬਾਰਾ ਤੋਂ ਉਹਨਾਂ ਨੂੰ 30 ਦਿਨ ਦਾ ਨੋਟਿਸ ਫਿਰ ਪਬਲਿਸ਼ ਕਰਨਾ ਪਏਗਾ ਇੰਡੀਆ ਦੀ ਜਿਹੜੀ ਨਿਊਜ਼ਪੇਪਰ ਹੈ ਉਹਦੇ ਵਿੱਚ, ਠੀਕ ਹੈ। ਉਸ ਤੋਂ ਬਾਅਦ ਐਟਲੀਸਟ ਵਨ ਆਫ ਦਾ ਪਾਰਟੀ ਆਫ ਦਾ ਮੈਰਿਜ, ਬਰਾਈਡ ਜਾਂ ਬਰਾਈਡਗਰੂਮ, ਯਾਨੀ ਕਿ ਦੋਨਾਂ ਵਿੱਚੋਂ, ਮੁੰਡੇ ਜਾਂ ਕੁੜੀ ਦੇ ਵਿੱਚੋਂ, ਉਹਨਾਂ ਦੇ ਕੋਲੋਂ ਇੱਕ ਜਾਣੇ ਕੋਲ ਜਿਹੜਾ ਸਟੇ ਪਰਮਿਟ ਹੋਣਾ ਚਾਹੀਦਾ, ਠੀਕ ਹੈ। ਜਿਹੜਾ ਕਿ ਜਿਵੇਂ ਨੌਰਥ ਇਟਲੀ ਵਾਲੇ ਨੇ, ਅਤੇ ਉਹਨਾਂ ਕੋਲ ਇੱਥੇ ਦੀ ਜਿਹੜੇ ਕਸਤੂਰੇ ਉੱਥੋਂ ਇਸ਼ੂ ਹੋਇਆ ਹੋਣਾ ਚਾਹੀਦਾ, ਠੀਕ ਹੈ, ਠੀਕ ਹੈ। ਅਤੇ ਜੇਕਰ ਦੂਸਰੇ ਬੰਦੇ ਕੋਲ ਨਹੀਂ ਹੈਗਾ ਲੀਗਲ ਸਟੇ ਪਰਮਿਟ, ਤਾਂ ਉਸ ਕੇਸ ਦੇ ਵਿੱਚ ਉਹਨੂੰ ਵਿਜ਼ਿਟ ਵੀਜ਼ਾ ਹੋਣਾ ਚਾਹੀਦਾ, ਜੋ ਕਿ ਕਮ ਸੇ ਕਮ ਮਿਨੀਮਮ ਪੀਰੀਅਡ 30 ਡੇਜ਼ ਦਾ ਵੈਲਿਡ ਵੀਜ਼ਾ ਉਹਦੇ ਕੋਲ ਹੋਣਾ ਚਾਹੀਦਾ, ਠੀਕ ਹੈ। ਉਸ ਕੇਸ ਦੇ ਵਿੱਚ ਇਹ ਵਿਆਹ ਜਿਹੜਾ ਕੌਂਸੂਲੇਟ ਦੇ ਥਰੂ ਹੋਏਗਾ। ਹਾਂਜੀ, ਅੱਜ ਦੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ, ਪਲੀਜ਼ ਮੈਨੂੰ ਕਮੈਂਟ ਬਾਕਸ 'ਚ ਜ਼ਰੂਰ ਲਿਖਿਓ, ਅਤੇ ਜੇਕਰ ਕੋਈ ਡਾਊਟ ਹੋਏ ਉਹ ਵੀ ਤੁਸੀਂ ਕਮੈਂਟ ਬਾਕਸ 'ਚ ਮੈਨੂੰ ਦੱਸ ਸਕਦੇ ਹੋ, ਮੈਂ ਜ਼ਰੂਰ ਕਲੀਅਰ ਕਰਾਂਗੀ। ਅਤੇ ਪਲੀਜ਼ ਮੇਰਾ ਚੈਨਲ ਜ਼ਰੂਰ ਸਬਸਕ੍ਰਾਈਬ ਕਰਨਾ, ਅਤੇ ਵੱਧ ਤੋਂ ਵੱਧ ਸ਼ੇਅਰ ਕਰਨਾ, ਬੈਲ ਆਈਕਨ ਤੋਂ ਜ਼ਰੂਰ ਤੁਸੀਂ ਕਲਿੱਕ ਕਰ ਲਓ, ਤਾਂ ਕਿ ਤੁਹਾਨੂੰ ਨਵੀਂ ਵੀਡੀਓ ਦੀ ਅਪਡੇਟ ਮਿਲ ਸਕੇ। ਨੈਕਸਟ ਵੀਡੀਓ ਜਿਹੜੀ ਹੈ ਲੈ ਕੇ ਫੇਰ ਹਾਜ਼ਰ ਹੋਵਾਂਗੀ, ਤਦ ਤੱਕ ਲਈ ਜੀ ਸਤਿ ਸ਼੍ਰੀ ਅਕਾਲ।